ਸਤਿਨਾਮ ਜੀ। ਵਾਹਿਗੁਰੂ ਜੀਓ। ਮਹੱਲਾ ਤੀਜਾ। ਆਪਣਾ ਆਪ ਨਾ ਪਛਾਣੈ ਮੂੜਾ, ਅਵਰਾ ਆਖ ਦੁਖਾਏ। ਮੁੰਡਾ ਦੀ ਖਸਲਤ ਨਾ ਗਈਆ, ਅੰਧੇ ਵਿਛੜ ਝੋਟਾਂ ਖਾਏ। ਸਤਿਗੁਰ ਕੈ ਭੈ ਭੰਨ ਨਸ ਘੜਿਓ, ਰਹਿ ਅੰਕ ਸਮਾਏ। ਅਨ ਦਿਨ ਸਹਸਾ ਕਦੇ ਨਾ ਚੂਕੈ, ਬਿਨ ਸ਼ਬਦੈ ਦੁਖ ਪਾਏ। ਕਾਮ ਕ੍ਰੋਧ ਲੋਭ ਅੰਤਰ ਸਬਲਾ, ਨਿਤ ਧੰਦਾ ਕਰਤ ਬਿਹਾਏ। ਚਰਨ ਕਰ ਦੇਖਤ ਸੁਣ ਥੱਕੇ, ਦੇਹ ਮੁੱਕੇ ਨੇੜੇ ਆਏ। ਸੱਚਾ ਨਾਮ ਨ ਲੱਗੋ ਮੀਠਾ, ਜਿਤ ਨਾਮ ਨਵ ਨਿਧ ਪਾਏ। ਜੀਵਤ ਮਰੈ ਮਰੈ ਫੁਨ ਜੀਵੈ, ਤਾ ਮੋਖ ਅੰਤਰ ਪਾਏ। ਤੁਰ ਕਰਮ ਨ ਪਾਇਓ ਪ੍ਰਾਣੀ, ਵਿਣ ਕਰਮਾ ਕਿਆ ਪਾਏ। ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਗਤ ਮਿਤ ਸ਼ਬਦੇ ਪਾਏ। ਨਾਨਕ ਸਤਿਗੁਰ ਤਦ ਹੀ ਪਾਏ, ਜਾਂ ਵਿੱਚੋਂ ਆਪ ਗਵਾਏ। ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਗਤ ਮਿਤ ਸ਼ਬਦੇ ਪਾਏ। ਨਾਨਕ ਸਤਿਗੁਰ ਤਦ ਹੀ ਪਾਏ, ਜਾਂ ਵਿੱਚੋਂ ਆਪ ਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ, ਗਰੀਬ ਨਿਵਾਜ ਵਾਲੀ ਦੋ ਜਹਾਨ, ਚਾਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਵਿਰਾਜਮਾਨ, ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਦੀ ਮਿਹਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ, ਤੇ ਲੜੀਵਾਰ ਅੰਮ੍ਰਿਤਮਈ ਬਾਣੀ ਦੀ ਅਮਰ ਕਥਾ ਜੋ ਕਿ ਹਰ ਰੋਜ਼ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਦੇ ਹਾਂ ਜੀ। ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵਡਭਾਗਾ ਸਮਾਂ ਬਖਸ਼ਿਆ। ਬਿਹਾਗੜੇ ਦੀ ਵਾਰ ਦੇ ਵਿੱਚ ਪਾਵਨ ਸ਼ਬਦ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਆਓ ਸਰਵਣ ਕਰੀਏ ਜੀ। ਆਪਣਾ ਆਪ ਨਾ ਪਛਾਣੈ ਮੂੜਾ, ਮੂੜਾ ਮੂਰਖ ਨੂੰ ਕਿਹਾ ਜਾਂਦਾ ਜੀ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਜਿਹੜਾ ਆਪਣੇ ਆਪ ਦੀ ਜਾਣਕਾਰੀ ਨਾ ਹਾਸਲ ਕਰ ਸਕੇ, ਜਿਹੜਾ ਆਪਣੇ ਆਪ ਨੂੰ ਪਹਿਚਾਣ ਨਾ ਸਕੇ, ਉਹ ਮੂਰਖ ਹੁੰਦਾ ਹੈ। ਮੂਰਖ ਉਹ ਨਹੀਂ ਜਿਹਨੂੰ ਸੰਸਾਰ ਦੇ ਲੋਕ ਮੂਰਖ ਆਖਦੇ ਨੇ। ਜਿਹੜਾ ਚਾਰ ਅੱਖਰ ਨਹੀਂ ਪੜ੍ਹਿਆ ਅਸੀਂ ਉਹਨੂੰ ਮੂਰਖ ਕਹਿ ਦਿੰਦੇ ਹਾਂ, ਗਵਾਰ ਕਹਿ ਦਿੰਦੇ ਹਾਂ। ਸੋ ਜਿਹੜਾ ਆਪਣਾ ਘਰ ਲਟਾਉਂਦਾ, ਸੁਭਾਵ ਕੋਈ ਕੰਮ ਧੰਦਾ ਨਾ ਕਰੇ, ਧਨ ਨਾ ਕਮਾ ਕੇ ਲੈ ਕੇ ਆਵੇ,
ਤੇ ਕਮਾਏ ਹੋਏ ਧਨ ਨੂੰ ਲੁਟਾ ਦੇਵੇ, ਨੁਕਸਾਨ ਕਰੀ ਜਾਵੇ, ਨਫਾ ਨਾ ਕਰ ਸਕੇ, ਹਾਨੀ ਹਾਨੀ ਹੋਈ ਜਾਵੇ, ਮੂਰਖ ਕਹਿ ਦਿੰਦੇ। ਸਮਾਜ ਵਿੱਚ ਵਿਚਰਨਾ ਨਾ ਆਵੇ, ਮੂਰਖ ਕਹਿ ਦਿੰਦੇ ਹਾਂ। ਸਭਾ ਵਿੱਚ ਗੱਲ ਨਾ ਕਰਨੀ ਆਵੇ, ਮੂਰਖ ਕਹਿ ਦਿੰਦੇ ਹਾਂ। ਵਿਹਾਰ ਨਾ ਨਿਭਾਉਣੇ ਆਉਣ, ਉਹਨੂੰ ਆਪਾਂ ਮੂਰਖ ਕਹਿ ਦਿੰਦੇ ਹਾਂ। ਪਰ ਗੁਰਮਤਿ ਮੂਰਖ ਕਿਹਨੂੰ ਕਹਿੰਦੀ ਹੈ? ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਆਪਣੇ ਆਪ ਨੂੰ ਨਹੀਂ ਜਾਣਦਾ, ਆਪਣੇ ਆਪ ਨੂੰ ਨਹੀਂ ਪਹਿਚਾਣਦਾ, ਉਹਨੂੰ ਮੂਰਖ ਕਿਹਾ ਜਾਂਦਾ। ਕਿਉਂਕਿ ਦਰਗਾਹ ਦੇ ਵਿੱਚ ਜੋ ਸਾਡਾ ਨਾਂ ਪੈਣਾ ਹੈ ਨਾ, ਉਹ ਵੇਖਣਾ ਨਾ ਪਤਾ ਵੀ ਦਰਗਾਹ ਵਿੱਚ ਸਾਨੂੰ ਕਿਹੜੇ ਨਾਂ ਦੇ ਨਾਲ ਸੱਦਿਆ ਜਾਵੇਗਾ। ਸੋ ਇੱਥੇ ਮਾੜੇ ਕਰਮ ਕੀਤੇ, ਚੋਰੀਆਂ ਠੱਗੀਆਂ ਹੇਰਾ ਫੇਰੀਆਂ ਕੀਤੀਆਂ, ਅਤੇ ਦਰਗਾਹ ਦੇ ਵਿੱਚ ਫਿਰ ਚੋਰ ਹੀ ਸਦਾਉਣਾ। ਪੜ੍ਹ ਲਿਖ ਕਰਕੇ ਜੇ ਆਪਾਂ ਵਿਕਾਰਾਂ ਦੇ ਨਾਲ ਸੰਗਤ ਕੀਤੀ, ਬੰਦਗੀ ਨਾ ਕੀਤੀ, ਅਤੇ ਦਰਗਾਹ ਦੇ ਵਿੱਚ ਪੜ੍ਹਿਆ ਮੂਰਖ ਆਖੀਏ, ਇਹੀ ਸਦਾਉਣਾ। ਪੜ੍ਹਿਆ ਮੂਰਖ ਆਖੀਏ ਜਿਤ ਲੱਭ ਲੋਭ ਹੰਕਾਰ। ਗੁਰਮਤਿ ਅਨੁਸਾਰ ਜੇ ਅਸੀਂ ਆਪਣਾ ਆਪ ਜਾਣ ਲੈਂਦੇ ਨਾ, ਆਪਣੇ ਆਪ ਦੀ ਸੋਝੀ ਆ ਜਾਂਦੀ ਹੈ, ਅਤੇ ਫਿਰ ਭਾਈ ਸਿਆਣੇ ਹੈ, ਸਮਝ ਵਾਲੇ ਹੈ, ਫਿਰ ਮੂਰਖ ਨਹੀਂ ਹੈ। ਅਤੇ ਹੁਣ ਆਪਣੇ ਆਪ ਦੀ ਸੋਝੀ ਕਿਵੇਂ ਆਉਣੀ ਹੈ? ਉਹ ਗੁਰਬਾਣੀ ਦੀ ਵਿਚਾਰ ਦੇ ਨਾਲ ਆਉਣੀ ਹੈ। ਗੁਰਬਾਣੀ ਦੀ ਵਿਚਾਰ ਕਰਦਿਆਂ ਸੋ ਇੱਕ ਦਿਨ ਐਸਾ ਆ ਜਾਣਾ ਜਿੱਦਣ ਸਾਨੂੰ ਆਪਣੇ ਆਪ ਦੀ ਸੋਝੀ ਆ ਜਾਣੀ ਹੈ। ਸੋ ਕਿੱਥੋਂ ਦੀ ਸੋਝੀ ਆ ਜਾਣੀ ਹੈ? ਕਿੱਥੋਂ ਦੀ ਸੋਝੀ ਆ ਜਾਣੀ ਹੈ? ਸਭ ਤੋਂ ਪਹਿਲਾਂ ਸਾਡਾ ਮੂਲ ਜਿਹੜਾ, ਮੁੱਢ ਜਿਹੜਾ, ਜਿੱਥੋਂ ਸਾਡਾ ਸਰੀਰ ਬਣਦਾ, ਮਾਤਾ ਦਾ ਗਰਭ, ਇੱਥੋਂ ਸੋਝੀ ਮਿਲਦੀ ਹੈ। ਜਦੋਂ ਸਾਨੂੰ ਇਹ ਪਤਾ ਲੱਗ ਜਾਣਾ ਵੀ ਹਾਂ ਭਾਈ ਮਾਤਾ ਦੇ ਗਰਭ ਵਿੱਚ ਸਾਡੀ ਰਚਨਾ ਹੋਈ ਹੈ, ਉੱਥੋਂ ਫਿਰ ਸਾਰੀ ਆਪਣੇ ਮੂਲ ਦੀ ਵੀ ਸੋਝੀ ਆ ਜਾਣੀ, ਆਪਣੇ ਚਿੱਤ ਦੀ ਸੋਝੀ ਆ ਜਾਣੀ ਹੈ। ਪਤਾ ਲੱਗ ਜਾਣਾ ਵੀ ਕਾਹਦੇ ਵਾਸਤੇ ਆਏ ਹੈ। ਹੁਣ ਗੁਰਬਾਣੀ ਤਾਂ ਕਹਿ ਰਹੀ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ। ਆਪਾਂ ਕਿੰਨੀ ਵਾਰੀ ਪੜ੍ਹਦੇ ਹਾਂ, ਕਿੰਨੀ ਵਾਰੀ ਨੇ ਅਰਥਾਂ ਨੂੰ ਵਿਚਾਰਦੇ ਹਾਂ, ਪਰ ਲਾਹਾ ਤਾਂ ਅਸੀਂ ਦੂਜਾ ਹੀ ਲੈਂਦੇ, ਸੰਸਾਰ ਦਾ, ਬੰਦਗੀ ਦਾ ਲਾਹਾ ਨਹੀਂ ਆਪਾਂ ਲੈਂਦੇ। ਜਿਸ ਦਿਨ ਆਪਣੇ ਮੂਲ ਬਾਰੇ ਸਾਨੂੰ ਖਬਰ ਹੋ ਗਈ, ਚਿੱਤ ਬਾਰੇ ਖਬਰ ਹੋ ਗਈ, ਅਤੇ ਫਿਰ ਆਪਾਂ ਗੁਰਬਾਣੀ ਦਾ ਲਾਹਾ ਲਵਾਂਗੇ। ਉਹਨੂੰ ਮਹਾਰਾਜ ਨੇ ਸਿਆਣਾ ਆਖਿਆ, ਜਿਹਨੂੰ ਆਪਣੇ ਮੂਲ ਦੀ ਸੋਝੀ ਆਉਂਦੀ ਹੈ। ਮੂਲ ਦੀ ਸੋਝੀ ਨਹੀਂ ਆਈ ਤਾਂ ਉੱਥੇ ਮੂੜ ਕਹਿ ਦਿੱਤਾ, ਮੂਰਖ ਕਹਿ ਦਿੱਤਾ। ਗੁਰੂ ਅਮਰਦਾਸ ਜੀ ਕਹਿੰਦੇ ਵੀ ਮੂਰਖ ਹੈ ਅਵਰਾ ਆਖ ਦੁਖਾਏ। ਆਪਣੇ ਸ਼ਬਦਾਂ ਨੂੰ ਆਪਣੇ ਕੰਟਰੋਲ 'ਚ ਰੱਖਿਆ ਕਰ ਬਈ। ਜਿਹੜੇ ਤੂੰ ਬੋਲਦਾ ਨਾ, ਉਹਨੂੰ ਕੰਟਰੋਲ 'ਚ ਰੱਖ। ਉਹ ਬੋਲਣੇ ਨੇ ਜਿਹਦੇ ਨਾਲ ਸੋ ਕਿਸੇ ਦਾ ਚਿੱਤ ਨਾ ਕਿਤੇ, ਮਨ ਨਾ ਕਿਤੇ ਦੁੱਖ ਜਾਵੇ। ਸਭਨਾ ਮਨ ਮਾਣਕ, ਸਾਰਿਆਂ ਦੇ ਮਨ ਜਿਹੜੇ ਨੇ ਮਾਣਕ ਆ, ਮੋਤੀ ਆ ਬਈ। ਨਾ ਕਿਸੇ ਦਾ ਮਨ ਦਿਖਾ, ਨਾ ਕਿਸੇ ਦਾ ਦਿਲ ਦਿਖਾ। ਆਪਣੇ ਆਪ ਨੂੰ ਵੇਖ, ਆਪਣੇ ਆਪ ਨੂੰ ਸਮਝ। ਹੁਣ ਜਦੋਂ ਬੰਦਾ ਆਪਣੇ ਆਪ ਨੂੰ ਗੁਨਾਹਗਾਰ ਮੰਨਦਾ ਹੈ, ਫਿਰ ਦੂਸਰੇ ਨੂੰ ਕੁਝ ਮਾੜਾ ਨਹੀਂ ਆਖੇਗਾ। ਹੁਣ ਜਦੋਂ ਇਹ ਆਪਣੇ ਆਪ ਨੂੰ ਔਗੁਣਾਂ ਦਾ ਭਰਿਆ ਹੋਇਆ ਮਹਿਸੂਸ ਕਰਦਾ ਹੈ, ਦੂਸਰਿਆਂ ਦੇ ਅਵਗੁਣ ਨਹੀਂ ਕਦੀ ਫਰੋਲੇਗਾ। ਜੇ ਆਪਣੇ ਆਪ ਨੂੰ ਪਾਪਾਂ ਦੇ ਨਾਲ ਭਰਿਆ ਹੋਇਆ ਮਹਿਸੂਸ ਕਰਦਾ, ਤੇ ਦੂਸਰਿਆਂ ਦੇ ਪਾਪਾਂ ਵੱਲ ਕਦੀ ਝਾਕੇਗਾ ਵੀ ਨਹੀਂ। ਲਫ਼ਜ਼ ਬੋਲਣੇ ਤਾਂ ਬੜੀ ਦੂਰ ਦੀ ਬਾਤ ਹੈ। ਅਤੇ ਲੜਾਈ ਝਗੜੇ ਕਲਾ ਕਲੇਸ਼ ਕਿੱਥੋਂ ਵੱਧਦੇ ਨੇ? ਬਾਣੀ ਕਹਿੰਦੀ ਬੋਲਤ ਬੜੇ ਵਿਕਾਰਾ। ਸੋ ਜੋ ਵੀ ਲੜਾਈ ਹੈ, ਝਗੜਾ ਆ, ਕਲੇਸ਼ ਹੈ, ਇਹਦੀ ਜੜ ਕੀ ਨਿਕਲਦੀ ਆ? ਬੋਲਿਆ ਹੋਇਆ। ਭੈੜਾ ਬੋਲਿਆ ਗਿਆ, ਗੱਲ ਵੱਧ ਗਈ। ਸੋ ਇਸ ਕਰਕੇ ਉਹ ਬੋਲਣੇ ਹੀ ਨਹੀਂ ਜਿਸ ਦੇ ਨਾਲ ਕਿਸੇ ਦੇ ਜੀਅ ਨੂੰ ਸੱਟ ਵੱਜਦੀ ਹੈ, ਦਿਲ ਦੁਖਦਾ। ਆਪਾਂ ਨਹੀਂ ਬੋਲਾਂਗੇ ਜੇ ਮੈਨੂੰ ਆਪਣੇ ਆਪ ਦਾ ਪਤਾ ਲੱਗ ਜਾਊ। ਜੇ ਮੈਨੂੰ ਲੱਗ ਗਿਆ ਪਤਾ ਮੈਂ ਮਾੜਾ, ਮੈਂ ਪਾਪੀ, ਅਵਗੁਣਾਂ ਦਾ ਭਰਿਆ, ਜਿਹੜਾ ਕੰਮ ਮੈਨੂੰ ਰੱਬ ਨੇ ਕਿਹਾ ਮੇਰੇ ਕੋਲ ਨਹੀਂ ਹੁੰਦਾ। ਭਾਈ ਜਿਸ ਨੇ ਕੰਮ ਆਪਣਾ ਪੂਰਾ ਕਰ ਲਿਆ, ਮਾਲਕ ਜਦੋਂ ਕੋਈ ਕੰਮ ਦਿੰਦਾ ਹੈ, ਜੇ ਤਾਂ ਅਸੀਂ ਕੰਮ ਪੂਰਾ ਕਰ ਲਿਆ, ਫਿਰ ਇੱਧਰ ਉੱਧਰ ਧਿਆਨ ਜਾਣਾ। ਟਾਈਮ ਦਿੱਤਾ ਹੋਇਆ ਵੀ ਇੰਨੇ ਟਾਈਮ ਦੇ ਵਿੱਚ ਕੰਮ ਪੂਰਾ ਚਾਹੀਦਾ, ਅਤੇ ਕੰਮ ਪੂਰਾ ਨਹੀਂ ਹੋਇਆ, ਅਤੇ ਨੌਕਰ ਦਾ ਧਿਆਨ ਕਿੱਦਾਂ ਪੱਟ ਹੋ ਜੂ? ਉਹ ਕਿੱਦਾਂ ਦੂਸਰਿਆਂ ਦਾ ਕੰਮ ਕਰੂਗਾ?
ਮਾਲਕ ਦਾ ਕੰਮ ਕਰੂੰ। ਮੇਰੇ ਮਾਲਕ ਦਾ ਨਹੀਂ ਕੰਮ ਹੋਇਆ ਤਾਂ ਮੈਂ ਤੇਰਾ ਕੰਮ ਕਿਵੇਂ ਕਰ ਦੇਵਾਂ? ਮੇਰੇ ਕੋਲ ਤਾਂ ਸੀਮਤ ਜਿਹਾ ਸਮਾਂ ਆ, ਆਪਣੇ ਮਾਲਕ ਦਾ ਕੰਮ ਕਰਨਾ, ਮੈਂ ਤੇਰਾ ਕਿਵੇਂ ਕਰ ਦੇਵਾਂ? ਨਹੀਂ ਕਰਦਾ। ਪਰ ਜੇ ਹੁਣ ਖਬਰ ਹੋਵੇ ਤਦੇ ਹੀ ਨਾ, ਆਪਣੇ ਆਪ ਦੀ ਸੋਝੀ ਹੋਵੇ। ਅਕਾਲ ਪੁਰਖ ਕਰਤਾ ਪਾਰ ਬ੍ਰਹਮ ਪਰਮੇਸ਼ਰ, ਉਹ ਸਾਡਾ ਮਾਲਕ ਹੈ। ਉਹਨੇ ਸਾਨੂੰ ਭੇਜਿਆ ਬੇਬੰਦਗੀ ਕਰਨੀ, ਸਿਮਰਨ ਕਰਨਾ, ਭਜਨ ਕਰਨਾ। ਨਹੀਂ ਹੋਇਆ, ਸਾਰੀ ਜ਼ਿੰਦਗੀ ਨਹੀਂ ਸਾਡੇ ਕੋਲ ਸਿਮਰਨ ਭਜਨ ਪੂਰਾ ਹੋ ਸਕਦਾ ਜਿੰਨਾ ਚਾਹੀਦਾ, ਜਿੰਨਾ ਹੁਕਮ ਹੈ, ਜਿੰਨਾ ਉਹਦਾ ਹੁਕਮ ਨਹੀਂ ਹੁੰਦਾ। ਜਦੋਂ ਇਸ ਬਾਤ ਦੀ ਸੋਝੀ ਆ ਗਈ ਤੇ ਫਿਰ ਜਾਵੇਗਾ ਦੂਜੇ ਪਾਸੇ ਖਿਆਲ ਵੀ ਫਲਾਨਾ ਕੀ ਕਰਦਾ, ਗੁਆਂਢੀ ਕੀ ਕਰਦਾ, ਸੱਜਣ ਮਿੱਤਰ ਕੀ ਕਰਦਾ ਹੈ, ਰਿਸ਼ਤੇਦਾਰ ਕੀ ਕਰਦਾ ਹੈ, ਫਲਾਨੇ ਧਰਮ ਵਾਲੇ ਕੀ ਕਰਦੇ ਨੇ। ਫਿਰ ਨਹੀਂ ਖਿਆਲ ਜਾਵੇਗਾ। ਜੇ ਖਿਆਲ ਹੀ ਨਹੀਂ ਜਾਣਾ ਤਾਂ ਫਿਰ ਕਹੇਗਾ ਵੀ ਕੁਝ ਨਹੀਂ। ਖਿਆਲ ਜਾਊ ਤੇ ਸ਼ਬਦ ਬਣਨਗੇ, ਫਿਰ ਸ਼ਬਦ ਬਣਨਗੇ ਤਾਂ ਸ਼ਬਦ ਆਖੇਗਾ। ਜਾਂ ਤਾਂ ਖਿਆਲ ਨਾ ਜਾਣ ਸ਼ਬਦ ਨਹੀਂ ਬਣੂ। ਜੇ ਹੁਣ ਖਿਆਲ ਚਲੇਗਾ ਸ਼ਬਦ ਵੀ ਬਣ ਗਏ ਤਾਂ ਸ਼ਬਦਾਂ ਦੇ ਰੋਕ ਲਾਓ। ਸ਼ਬਦ ਕਿਉਂ ਕਹਿਣਾ? ਜੇ ਸ਼ਬਦ ਬਣ ਚੁੱਕਾ ਹੈ, ਕਿਉਂਕਿ ਖਿਆਲ ਬਣਿਆ ਤਾਂ ਸ਼ਬਦ ਵੀ ਬਣੇਗਾ। ਜੇ ਖਿਆਲ ਨਹੀਂ ਬਣਿਆ ਤਾਂ ਸ਼ਬਦ ਨਹੀਂ ਬਣੇਗਾ। ਹੁਣ ਖਿਆਲ ਬਣਿਆ, ਸ਼ਬਦ ਬਣ ਗਿਆ, ਹੁਣ ਸ਼ਬਦ 'ਤੇ ਰੋਕ ਲਾ ਭਾਈ, ਸ਼ਬਦ ਨਾ ਕਹਿ। ਕਿਉਂ? ਜਿਹੜੇ ਤੂੰ ਬੋਲਣੇ ਨੇ ਨਾ, ਉਹਦੇ ਨਾਲ ਭਾਈ ਦੂਸਰੇ ਦਾ ਮਨ ਬੜਾ ਦੁਖਣਾ। ਅਤੇ ਫਿਰ ਜਦੋਂ ਦੂਸਰੇ ਦਾ ਮਨ ਦਿਖਾਵੇਂਗਾ, ਇਹ ਜਿਹੜੀ ਖਲਕ ਹੈ ਖਲਕਤ ਦੀ ਹੈ, ਰੱਬ ਦੀ ਹੈ, ਰੱਬ ਦੀ ਦੁਨੀਆ ਹੈ। ਰੱਬ ਨੂੰ ਨਹੀਂ ਚੰਗਾ ਲੱਗਦਾ। ਰੱਬ ਵੀ ਆਪਣੇ ਵੱਲੋਂ ਕਿਸੇ ਨੂੰ ਦੁੱਖ ਨਹੀਂ ਜੇ ਦਿੰਦਾ, ਕਿਸੇ ਨੂੰ ਆਪਣੇ ਵੱਲੋਂ ਤਾਂ ਨਹੀਂ ਦਿਖਾਉਂਦਾ। ਜਿਹੜੇ ਸਾਡੇ ਕੀਤੇ ਹੋਏ ਕਰਮ ਨੇ ਅਸੀਂ ਉਹ ਭੋਗਦੇ ਹਾਂ। ਰੱਬ ਕਰਨ ਕਾਰਨ ਸਮਰੱਥ ਹੈ। ਉਹ ਜਦ ਆਪ ਨਹੀਂ ਕਿਸੇ ਨੂੰ ਦੁੱਖ ਦਿੰਦਾ ਹੈ, ਅਤੇ ਜੇ ਕੋਈ ਕਿਸੇ ਨੂੰ ਦੁੱਖ ਦੇਵੇ ਤਾਂ ਰੱਬ ਕਿੱਦਾਂ ਬਰਦਾਸ਼ਤ ਕਰੂਗਾ? ਨਹੀਂ ਕਰਦਾ ਜੀ। ਇਸ ਕਰਕੇ ਧੰਨ ਗੁਰੂ ਅਮਰਦਾਸ ਕਹਿੰਦੇ ਭਾਈ, ਕਹਿੰਦੇ ਇਹੋ ਜਿਹੇ ਬੋਲ ਨਾ ਬੋਲ ਜਿਹਦੇ ਨਾਲ ਕਿਸੇ ਹੋਰ ਦਾ, ਦੂਸਰੇ ਦਾ ਦਿਲ ਦੁਖੇ, ਮਨ ਦੁਖੇ, ਚਿੱਤ ਦੁਖੇ। ਕਹਿੰਦੇ ਸੋ ਇਹ ਆਪਣੇ ਆਪ ਨੂੰ ਸੰਭਾਲਣਾ। ਸੋ ਇੰਝ ਆਪਣਾ ਆਪ ਨਾ ਪਛਾਣਿਆ ਮੂੜ, ਅਵਰਾ ਆਖ ਦੁਖਾਏ। ਜਿਹੜਾ ਆਪਣੇ ਆਪ ਨੂੰ ਨਹੀਂ ਪਛਾਣਦਾ ਉਹੀ ਮਾੜੇ ਬੋਲ ਬੋਲਦਾ, ਉਹੀ ਦੂਸਰਿਆਂ ਦੇ ਚਿੱਤ ਨੂੰ ਦਿਖਾਉਂਦਾ। ਮੁੰਡਾ ਦੀ ਖਸਲਤ ਨਾ ਗਈਆ ਅੰਧੇ, ਵਿਛੋੜੇ ਝੋਟਾ ਖਾਏ। ਸੋ ਜਿਹੜੀ ਮੁੱਢ ਦੀ ਆਦਤ ਹੁੰਦੀ ਹੈ, ਖਸਲਤ ਆਦਤ ਨੂੰ ਕਿਹਾ ਜਾਂਦਾ ਜੀ। ਮੁੱਢ ਦੀ ਆਦਤ ਨਹੀਂ ਜਾਂਦੀ ਬੰਦੇ ਦੀ, ਜਿਹੜੀਆਂ ਹੁਣ ਜਿਹੜੀ ਜਨਮ ਤੋਂ ਆਦਤ ਪੈ ਗਈ। ਬੱਚੇ ਨੂੰ ਜੇ ਛੋਟੇ ਹੁੰਦਿਆਂ ਚੋਰੀ ਦੀ ਆਦਤ ਪੈ ਗਈ ਤਾਂ ਫਿਰ ਉਹ ਜਾਂਦੀ ਹੀ ਨਹੀਂ। ਅੱਗੇ ਬੋਲਣ ਦੀ ਆਦਤ ਪੈ ਗਈ। ਹੁਣ ਜਿਹੜਾ ਬੱਚਾ ਆਪਣੇ ਮਾਂ-ਬਾਪ ਦਾ ਸਤਿਕਾਰ ਕਰਦਾ, ਆਪਣੇ ਵੱਡਿਆਂ ਦਾ ਸਤਿਕਾਰ ਕਰਦਾ, ਅਤੇ ਉਹ ਫਿਰ ਬਾਹਰ ਵੀ ਇੱਦਾਂ ਹੀ ਸੋ ਆਪਣਿਆਂ ਤੋਂ ਵੱਡਿਆਂ ਨੂੰ, ਬਜ਼ੁਰਗਾਂ ਨੂੰ ਆਦਰ ਦਿੰਦਾ, ਅਤੇ ਉਹਦੇ ਲਫ਼ਜ਼ਾਂ ਦੇ ਵਿੱਚ ਸਤਿਕਾਰ ਹੁੰਦਾ ਹੈ, ਕਿਉਂਕਿ ਉਹਨੇ ਪਰਿਵਾਰ ਦੇ ਵਿੱਚ ਉਹਦੀ ਆਦਤ ਪੱਕ ਗਈ। ਮਾਂ ਬਾਪ ਨੇ ਉਸ ਨੂੰ ਭਾਈ ਇਹ ਕਹਿਣਾ ਸਿਖਾਲ ਦਿੱਤਾ, ਵੱਡਿਆਂ ਦਾ ਆਦਰ ਕਰਨਾ ਸਿਖਾਲ ਦਿੱਤਾ ਹੈ। ਹੁਣ ਕੋਈ ਵੀ ਇੱਕ ਕੰਮ ਜਿਸ ਨੂੰ ਆਪਾਂ ਲਗਾਤਾਰ ਥੋੜ੍ਹੇ ਦਿਨ ਕਰ ਲਈਏ, ਉਹਦੀ ਆਦਤ ਪੈ ਜਾਂਦੀ ਹੈ। ਹੁਣ ਬਚਪਨ ਸਾਰਾ ਮਾਂ ਬਾਪ ਦੇ ਨਾਲ ਬਤੀਤ ਕੀਤਾ। ਮਾਂ ਬਾਪ ਤਦੇ ਤਾਂ ਬਚਪਨ ਵਿੱਚ ਜੋ ਅਸੀਂ ਸਿੱਖਿਆ ਹੁੰਦਾ ਨਾ, ਬਚਪਨ ਦੀਆਂ ਯਾਦਾਂ ਤਦੇ ਐਂਡ ਤੀਕਰ ਚੇਤੇ ਰਹਿੰਦੀਆਂ। ਉਹਨੂੰ ਆਪਾਂ ਯਾਦਾਂ ਕਹਿੰਦੇ, ਪਰ ਸਾਡੀ ਇੱਕ ਆਦਤ ਬਣ ਗਈ ਹੁੰਦੀ ਹੈ, ਆਦਤ ਬਣੀ ਹੋਈ ਹੁੰਦੀ, ਐਂਡ ਤੀਕਰ ਰਹਿੰਦੀ ਹੈ। ਅਤੇ ਜੇ ਹੁਣ ਮਾੜੀਆਂ ਆਦਤਾਂ ਪੈ ਗਈਆਂ, ਘਰ ਪਰਿਵਾਰ ਦਾ ਮਾਹੌਲ ਹੀ ਇਹੋ ਜਿਹਾ, ਅਤੇ ਫਿਰ ਉੱਦਾਂ ਦੀ ਆਦਤ ਪੈ ਜਾਣੀ ਹੈ, ਫਿਰ ਉਹ ਆਦਤ ਭੈੜੀ ਜਾਂਦੀ ਨਹੀਂ ਹੈ। ਸੋ ਇਸੇ ਤਰ੍ਹਾਂ ਹੀ ਇਹ ਜਿਹੜਾ ਜਨਮ ਹੈ, ਇਹ ਜਨਮਾਂਤਰਾਂ ਦੀਆਂ ਖੇਡਾਂ ਨੇ। ਸੋ ਜਿਹੜੀਆਂ ਆਦਤਾਂ ਪੱਕੀਆਂ ਹੁੰਦੀਆਂ, ਪਹਿਲੇ ਜਨਮ ਜਿਹੜੇ ਵੀ ਭੋਗੇ ਹੋਏ ਨੇ, ਉਹਨਾਂ ਵਿੱਚ ਵੀ ਜਿਹੜੀ ਆਦਤ ਪਈ ਹੋਈ ਸੀ ਉਹ ਵੀ ਨਾਲ ਹੀ ਆ ਜਾਂਦੀ ਹੈ, ਉਹ ਵੀ ਨਾਲ ਹੀ ਹੈ। ਜੇ ਕਰਮ ਆਉਂਦੇ ਆ ਤਾਂ ਆਦਤਾਂ ਨਹੀਂ ਆਉਂਦੀਆਂ, ਆਦਤਾਂ ਦੇ ਨਾਲ ਹੀ ਕਰਮ ਬਣਦੇ ਨੇ। ਆਦਤ ਸੀ ਪਹਿਲੇ ਜਨਮ ਦੇ ਵਿੱਚ ਬੰਦਗੀ ਕਰਨ ਦੀ, ਆਦਤ ਸੀ ਤਾਂ ਕਰਮ ਕਰਦਾ ਸੀ ਨਾ, ਆਦਤ ਸੀ ਤਾਂ ਬੰਦਗੀ ਕਰਦਾ ਸੀ, ਆਦਤ ਸੀ ਤਪ ਤਪੱਸਿਆ ਕਰਦਾ ਸੀ, ਨਾਮ ਜਪਦਾ ਸੀ, ਸੇਵਾ ਕਰਦਾ ਸੀ। ਅਤੇ ਉਹੀ ਫਿਰ ਸੋ ਆਦਤ ਇੱਥੇ ਪਈ ਹੋਈ ਹੈ। ਇਸ ਜਨਮ ਦੇ ਵਿੱਚ ਵੀ ਉਹਦਾ ਪ੍ਰਭਾਵ ਬਣਦਾ, ਕਿਰਪਾ ਹੁੰਦੀ।
ਸੋ ਜੇ ਮਨ ਦੇ ਵਿੱਚ ਬੰਦਗੀ ਕਰਨ ਦਾ ਖਿਆਲ ਨਹੀਂ ਆ ਰਿਹਾ, ਸੇਵਾ ਕਰਨ ਦਾ ਖਿਆਲ ਨਹੀਂ ਆ ਰਿਹਾ, ਪਰਉਪਕਾਰ ਕਰਨ ਦਾ ਖਿਆਲ ਨਹੀਂ ਆ ਰਿਹਾ, ਫਿਰ ਜਾਂ ਤਾਂ ਸਾਡਾ ਬਚਪਨ ਮਾੜਾ ਬਤੀਤ ਹੋਇਆ ਅਤੇ ਜਾਂ ਭਾਈ ਪਿਛਲਾ ਜਨਮ ਬੜਾ ਮਾੜਾ ਸੀ, ਜਿਹਦੇ ਕਰਕੇ ਉਹ ਬੰਦਗੀ ਦੀ ਆਦਤ ਨਹੀਂ ਬਣੀ। ਅਤੇ ਹੁਣ ਆਦਤ ਪਕਾਈਏ, ਉਹ ਸਾਧ ਸੰਗਤ ਦੇ ਨਾਲ ਪੱਕ ਜਾਂਦੀ ਹੈ। ਸਾਧ ਸੰਗਤ ਕਰੀਏ, ਗੁਰਮੁਖਾਂ ਦੇ ਨਾਲ ਬੈਠੀਏ, ਉੱਠੀਏ, ਗੁਰੂ ਦੀ ਬਾਣੀ ਦੀ ਵਿਚਾਰ ਕਰੀਏ, ਅਤੇ ਫਿਰ ਕੀ ਹੋਵੇਗਾ, ਜਿਹੜੀ ਪੁਰਾਣੀ ਭੈੜੀ ਮਾੜੀ ਆਦਤ ਉਹ ਨਸ਼ਟ ਹੋਵੇਗੀ, ਉਹ ਖਤਮ ਹੋਵੇਗੀ। ਚੰਗੀਆਂ ਆਦਤਾਂ ਜਿਹੜੀਆਂ ਆਪਾਂ ਗ੍ਰਹਿਣ ਕਰ ਲੈਣੀਆਂ, ਜਿਹੜੀਆਂ ਗੁਰੂ ਵਾਲੀਆਂ, ਗੁਰਮਤ ਵਾਲੀਆਂ, ਜੋ ਗੁਰੂ ਚਾਹੁੰਦਾ ਆਪਾਂ ਉਹ ਆਦਤਾਂ ਗ੍ਰਹਿਣ ਕਰ ਲਵਾਂਗੇ। ਜਦੋਂ ਹੀ ਚੰਗੀ ਆਦਤ ਗ੍ਰਹਿਣ ਕੀਤੀ, ਸਾਡੇ ਕਰਮ ਸੁਧਰ ਜਾਣੇ। ਕਰਮਾਂ ਨੂੰ ਸੁਧਰਦਿਆਂ ਫਿਰ ਦੇਰ ਹੀ ਨਹੀਂ ਲੱਗਦੀ। ਆਪਣੇ ਖਿਆਲਾਤ ਸੁਧਾਰ ਲਈਏ, ਆਪਣੇ ਜਿਹੜੇ ਖਿਆਲ ਨੇ ਉਹਨਾਂ ਨੂੰ ਸੁਧਾਰਨਾ ਪੈਂਦਾ ਹੁੰਦਾ ਹੈ। ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਅਤੇ ਜੇ ਭਾਈ ਇਹ ਮਾੜੀਆਂ ਆਦਤਾਂ ਛੱਡੀਆਂ ਹੀ ਨਹੀਂ, ਜਿਹੜੇ ਨਹੀਂ ਛੱਡਦੇ, ਹੈ ਨਾ, ਪਤਾ ਵੀ ਆ ਵੀ ਕੰਮ ਮਾੜਾ ਆ, ਪਤਾ ਵੀ ਮੇਰੇ ਕੋਲ ਮਾੜਾ ਬੋਲ ਹੋ ਜਾਂਦਾ, ਦੂਸਰੇ ਦਾ ਚਿੱਤ ਦਿਖਾਉਣਾ, ਪਤਾ ਵੀ ਮੈਂ ਭਾਈ ਆਹ ਕੰਮ ਮਾੜਾ ਕਰਦਾ, ਠੀਕ ਨਹੀਂ ਹੈ। ਇੱਥੇ ਵੀ ਲੋਕ ਸੋ ਮਾੜਾ ਕਹਿਣਗੇ, ਦਰਗਾਹ ਦੇ ਵਿੱਚ ਵੀ ਮੈਨੂੰ ਮਾੜਾ ਆਖਿਆ ਜਾਵੇਗਾ, ਪਤਾ ਹੈ, ਪਤਾ ਹੁੰਦਿਆਂ ਸੰਦਿਆਂ ਫੇਰ ਨਹੀਂ ਮੈਂ ਹਟਦਾ, ਉਹਨੂੰ ਅੰਨਾ ਕਹਿ ਦਿੱਤਾ। ਜਿਹੜਾ ਆਪਣੀ ਮਾੜੀ ਆਦਤ ਦਾ ਤਿਆਗ ਨਹੀਂ ਕਰਦਾ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਅੰਨਾ ਆਖਦੇ ਨੇ, ਅੰਧੇ। ਫੇਰ ਕੀ, ਵਿਛੜ ਝੋਟਾ ਖਾਏ। ਪਹਿਲੋਂ ਤਾਂ ਰੱਬ ਤੋਂ ਵਿਛੜਿਆ ਹੋਇਆ ਅਤੇ ਤੈਨੂੰ ਇਹ ਧਰਤੀ 'ਤੇ ਆਉਣਾ ਪਿਆ, ਇੱਥੇ ਝੋਟਾ ਹੀ ਹੈ। ਇੱਥੇ ਕਿਹੜਾ ਬੜੇ ਰਾਜਿਆਂ ਮਹਾਰਾਜਿਆਂ ਨੂੰ ਵੀ ਝੋਟਾ ਹੈ ਜੀ, ਅਮੀਰਾਂ ਵਜ਼ੀਰਾਂ ਧੰਨਵਾਨ ਜਿਹੜੇ ਨੇ ਉਹਨਾਂ ਨੂੰ ਵੀ ਝੋਟਾ ਹੀ ਹੈ। ਇੱਥੇ ਇਹ ਧਰਤੀ ਦੇ ਉੱਤੇ ਸਭਨਾਂ ਨੂੰ ਝੋਟਾ। ਜੇ ਸੁਖੀ ਹੈ ਕੋਈ ਤਾਂ ਉਹ ਗੁਰਮੁਖ ਹੈ, ਉਹ ਗੁਰਮੁਖ ਹੈ, ਉਹੀਓ ਸੁਖੀ ਹੈ, ਬਾਕੀ ਸਾਰੇ ਹੀ ਦੁਖੀ ਨੇ। ਗੁਰਮੁਖ ਸੁਖੀ ਹੁੰਦਾ ਹੈ। ਇਸ ਸੰਸਾਰ ਵਿੱਚ ਆ ਕੇ ਜੇ ਆਪਣੀਆਂ ਭੈੜੀਆਂ ਮਾੜੀਆਂ ਆਦਤਾਂ ਨਾ ਛੱਡੀਆਂ, ਸਭ ਤੋਂ ਮਾੜੀ ਆਦਤ ਕੀ ਹੁੰਦੀ ਹੈ? ਜਿਹੜਾ ਭਾਣੇ ਨੂੰ ਨਾ ਮੰਨਣਾ, ਹੁਕਮ ਨੂੰ ਨਾ ਮੰਨਣਾ, ਇਹ ਸਭ ਤੋਂ ਮਾੜੀ ਆਦਤ ਹੈ। ਹਰ ਵਕਤ ਸੋ ਹੁਕਮ ਦਾ ਵਿਰੋਧ ਕਰਨਾ ਮਾੜੀ ਆਦਤ ਹੈ। ਪਾਰਬ੍ਰਹਮ ਪਰਮੇਸ਼ਰ ਦੇ ਹੁਕਮ ਨੂੰ ਮੰਨ ਲੈਣਾ ਚੰਗੀ ਆਦਤ ਹੈ। ਹੁਣ ਜੇ ਮਾੜੀ ਆਦਤ ਦਾ ਤਿਆਗ ਨਾ ਕੀਤਾ, ਹਰ ਵਕਤ ਉਸ ਦੇ ਹੁਕਮ ਦਾ ਵਿਰੋਧ ਹੀ ਕਰਦਾ ਰਿਹਾ, ਅਤੇ ਵਿਛੋੜਾ ਹੋਣਾ, ਚੋਟਾਂ ਖਾਣੀਆਂ। ਸੋ ਭਾਵ ਮੁੜ ਕੇ ਕੀ ਪਤਾ ਕਦੋਂ ਮਾਨੁਖ ਦੇਹੀ ਪ੍ਰਾਪਤ ਹੋਣੀ ਹੈ, ਕਦੋਂ ਸੋ ਆਪਾਂ ਫਿਰ ਦੁਬਾਰਾ ਸੋ ਇਹ ਸਤ ਸੰਗਤ ਦੇ ਵਿੱਚ ਮਿਲਣਾ, ਕਦੋਂ ਗੁਰੂ ਦੇ ਨਾਲ ਮੇਲ ਹੋਣਾ। ਹੁਣ ਤਾਂ ਗੁਰੂ ਦੇ ਨਾਲ ਮੇਲ ਹੈ, ਹੁਣ ਸ਼ਬਦ ਦੇ ਨਾਲ ਜੁੜੇ ਹੋਏ ਆ, ਸ਼ਬਦ ਪੜ੍ਹਦੇ ਆ, ਸ਼ਬਦ ਵਿਚਾਰਦੇ ਆ, ਨਿਤਨੇਮ ਕਰਦੇ ਆ, ਗੁਰੂ ਦੇ ਨਾਲ ਮੇਲ ਹੈ। ਜੇ ਆਦਤਾਂ ਨਾ ਛੱਡੀਆਂ ਨਾ ਅਤੇ ਫਿਰ ਉਹ ਵਿਛੋੜਾ ਹੋ ਜਾਣਾ। ਜਦੋਂ ਗੁਰੂ ਤੋਂ ਵਿਛੜਿਆ ਨਾ ਫਿਰ ਪਤਾ ਲੱਗਣਾ ਗੁਰੂ ਦੇ ਨਾਲ ਮੇਲ ਦਾ ਕੀ ਸੁੱਖ ਸੀ, ਵਿਛੋੜੇ ਦਾ ਕੀ ਦੁੱਖ ਹੈ। ਪਾਣੀ ਦੇ ਵਿੱਚ ਮੱਛੀ ਰਹਿੰਦੀ ਹੈ, ਪਾਣੀ ਦੀ ਕਦਰ ਨਹੀਂ ਜੇ ਕਰਦੀ, ਪਾਣੀ 'ਚੋਂ ਬਾਹਰ ਕੱਢ ਦਿਓ, ਬਰੇਤੇ 'ਚ ਸਿੱਟ ਦਿਓ, ਤੜਫਦੀ ਹੈ, ਉਹਨਾਂ ਚਿਰ ਤੜਫਦੀ ਰਹਿੰਦੀ ਜਿੰਨਾ ਚਿਰ ਮੁੜ ਕੇ ਉਹਨੂੰ ਪਾਣੀ ਨਾ ਮਿਲ ਜਾਵੇ। ਥੋੜ੍ਹਾ ਚਿਰ ਨਾ ਦਿਓ ਪਾਣੀ, ਤੜਫ ਕੇ ਪ੍ਰਾਣ ਆਪਣੇ ਗਵਾ ਦਿੰਦੀ ਹੈ। ਵਿਛੋੜੇ ਦਾ ਬੜਾ ਭਾਰੀ ਦੁੱਖ ਹੁੰਦਾ ਹੈ। ਅਤੇ ਭਾਈ ਜਦੋਂ ਫਿਰ ਵਿਛੋੜਾ ਹੋ ਗਿਆ ਨਾ, ਫਿਰ ਦੁੱਖ ਪਾਵੇਂਗੇ। ਅੰਧੇ ਵਿਛੜ ਝੋਟਾਂ ਖਾਏ। ਇਹ ਵੀ ਨਹੀਂ ਸਮਝਦਾ, ਉਂਝ ਰੌਲੀ ਪਾਉਂਦਾ, ਬੜੀ ਉਂਝ ਰੌਲੀ ਪਾਉਂਦਾ ਹੈ ਕਿ ਬੜਾ ਮੈਂ ਦੁਖੀ ਹੋ ਗਿਆ, ਮੇਰਾ ਕੰਮਕਾਰ ਕੋਈ ਸਹੀ ਨਹੀਂ ਚੱਲਦਾ, ਰੌਲੀ ਤਾਂ ਬੜੀ ਪਾਉਂਦਾ। ਪਰ ਇਹਨੂੰ ਇਹ ਨਹੀਂ ਪਤਾ ਅੰਨੇ ਨੂੰ ਵੀ ਤੂੰ ਗੁਰਬਾਣੀ ਛੱਡੀ ਤਾਂ ਦੁਖੀ ਹੋ ਰਿਹਾ। ਮਹਾਰਾਜ ਬਾਣੀ ਜੀ ਕਹਿੰਦੇ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਜਦ ਬਾਣੀ ਪੜ੍ਹਨੀ ਛੱਡ ਦਿੱਤੀ, ਬਾਣੀ ਸੁਣਨੀ ਛੱਡ ਦਿੱਤੀ, ਬਾਣੀ ਵਿੱਚ ਦੀ ਵਿਚਾਰ ਛੱਡ ਦਿੱਤੀ, ਫਿਰ ਦੁੱਖ ਹੀ ਪੈਣੇ ਨੇ, ਫਿਰ ਚੋਟਾਂ ਹੀ ਪੈਣੀਆਂ। ਸੋ ਉਸ ਗੱਲ ਨੂੰ ਨਹੀਂ ਵਿਚਾਰਦਾ, ਇਸ ਕਰਕੇ ਅੰਨਾ ਕਹਿ ਦਿੱਤਾ। ਕਹਿੰਦੇ ਬਾਣੀ ਤੋਂ ਵਿਛੜਿਆ ਦੁੱਖ ਹੁੰਦੇ ਨੇ। ਸੋ ਅੰਨਾ ਇੰਨੀ ਗੱਲ ਵੀ ਨਹੀਂ ਸਮਝਦਾ ਹੈ ਵੀ ਅਕਲ ਦਾ ਅੰਨਾ, ਇਹ ਅਕਲ ਦੇ ਇੰਨੇ ਹੁੰਦੇ ਨੇ ਜਿਹੜੇ ਇੰਨੀ ਗੱਲ ਨਹੀਂ ਸਮਝਦੇ ਵੀ ਜਿਹੜਾ ਦੁੱਖ ਹੈ ਕਿਸੇ ਦਾ ਦਿੱਤਿਆ ਹੋਇਆ ਦੁੱਖ ਨਹੀਂ। ਇਹ ਦੁੱਖ ਤਦ ਜੇ ਤੂੰ ਵਿਸਰੇ ਤਾਂ ਸਭ ਕੁਝ ਲਾਗੂ। ਬਾਣੀ ਪੜ੍ਹਨੀ ਛੱਡ ਦਿੱਤੀ ਤਾਂ ਦੁੱਖ ਲਾਗੂ ਹੈ। ਸਤਿਗੁਰ ਕੈ ਭੈ ਭੰਨ ਨਾ ਘੜਿਓ, ਰਹੇ ਅੰਕ ਸਮਾਏ। ਗੁਰੂ ਦੀ ਬਾਣੀ ਦਾ
ਭੈ ਦੇ ਕੇ ਮਾੜੀਆਂ ਆਦਤਾਂ ਨੂੰ ਭੰਨਣਾ ਸੀ। ਹੁਣ ਇੱਕ ਪੱਥਰ ਮੂਰਤੀ ਕਿਵੇਂ ਬਣ ਜਾਂਦੀ ਹੈ? ਛੈਣੀ ਥੋੜੇ ਦੇ ਨਾਲ, ਅਤੇ ਉਹਨੂੰ ਜੇ ਹੁਣ ਮੂਰਤੀ ਪੱਥਰ ਨੂੰ ਸੱਟ ਵੱਜੇ, ਪੱਥਰ ਭਗਵਾਨ ਹੀ ਨਹੀਂ ਬਣ ਸਕਦਾ, ਮੂਰਤੀ ਨਹੀਂ ਬਣ ਸਕਦਾ। ਸੋ ਇਸੇ ਤਰ੍ਹਾਂ ਗੁਰੂ ਦੀ ਮੱਤ ਨਾ, ਜਿਹੜਾ ਬਾਣੀ ਐਰਣ ਮੱਤ ਵੇਦ ਹਥਿਆਰ, ਸ਼ਬਦ ਦੇ ਨਾਲ ਆਪਣੇ ਆਪ ਨੂੰ ਘੜਨਾ। ਘੜਨਾ ਕੀ ਆ? ਕਹਿੰਦੇ ਸੁਰਤ ਮਤ ਮਨ ਬੁੱਧ, ਇਹਨਾਂ ਨੂੰ ਘੜਨਾ ਹੈ, ਇਹਨਾਂ ਨੂੰ ਘੜਨਾ ਹੈ। ਅਤੇ ਹੁਣ ਜੇ ਸ਼ਬਦ ਦੇ ਨਾਲ ਨਾ ਘੜਿਆ, ਆਪਣੇ ਅੰਤਰ ਆਤਮੇ ਨੂੰ, ਸੁਰਤ ਮਤ ਮਨ ਬੁੱਧ ਨੂੰ ਨਾ ਘੜਿਆ, ਅਤੇ ਫਿਰ ਕਹਿੰਦੇ ਕਿਵੇਂ ਅੰਕ ਵਿੱਚ ਸਮਾਵੇਂਗਾ, ਕਿਵੇਂ ਗੁਰੂ ਦੀ ਗੋਦ ਵਿੱਚ ਸਮਾਵੇਂਗਾ। ਆਨ ਦਿਨ ਸਹਿਸਾ ਕਦੇ ਨਾ ਚੁਕੈ, ਬਿਨ ਸ਼ਬਦਾ ਦੁੱਖ ਪਾਏ। ਜਿਹੜੇ ਆਪਣੇ ਆਪ ਨੂੰ ਸਵਾਰਦੇ ਨਹੀਂ, ਸ਼ਬਦ ਦੇ ਨਾਲ ਆਪਣੇ ਆਪ ਨੂੰ ਨਹੀਂ ਘੜਦੇ, ਕਹਿੰਦੇ ਦਿਨ ਰਾਤ ਸੰਸ਼ਿਆਂ ਵਿੱਚ ਰਹਿੰਦੇ ਨੇ, ਉਹਨਾਂ ਦੇ ਸੰਸ਼ੇ ਕਦੀ ਖਤਮ ਹੀ ਨਹੀਂ ਹੁੰਦੇ। ਬਿਨ ਸ਼ਬਦ ਹੈ ਦੁੱਖ ਪਾਏ, ਸ਼ਬਦ ਤੋਂ ਬਿਨਾਂ ਹੋਣ ਕਰਕੇ ਦੁਖੀ ਰਹਿੰਦੇ ਨੇ। ਕਾਮ ਕ੍ਰੋਧ ਲੋਭ ਅੰਤਰ ਸਬਲਾ, ਨਿਤ ਧੰਦਾ ਕਰਤ ਵਿਹਾਏ। ਸੋ ਇਹਨਾਂ ਦੇ ਅੰਦਰ ਜਿਹੜੇ ਆਪਣੇ ਅੰਦਰਲੇ ਸਿਸਟਮ ਨੂੰ, ਸੁਰਤ ਮਤ ਮਨ ਬੁੱਧ ਨੂੰ ਨਹੀਂ ਘੜਦੇ, ਕਹਿੰਦੇ ਵਿਕਾਰ ਜਿਹੜੇ ਸਬਲਾ ਹੋ ਜਾਂਦੇ ਨੇ। ਸਬਲਾ ਦਾ ਅਰਥ ਹੁੰਦਾ ਬਹੁਤ ਜ਼ਿਆਦਾ ਬਲਵਾਨ ਹੋ ਜਾਂਦੇ ਨੇ। ਕਾਮ ਕ੍ਰੋਧ ਲੋਭ, ਇਹ ਅੰਦਰ ਸਬਲਾ ਹੋ ਗਏ, ਹੋਰ ਜ਼ਿਆਦਾ ਬਲ ਇਹਨਾਂ ਨੂੰ ਮਿਲ ਗਿਆ। ਨਿਤ ਧੰਦਾ ਕਰਤ ਵਿਹਾ, ਇਹੋ ਜਿਹੇ ਬੰਦੇ ਧੰਦਿਆਂ ਵਿੱਚ ਹੀ ਪਏ ਰਹਿੰਦੇ ਨੇ। ਕਦੀ ਸੋ ਗੁਰਬਾਣੀ ਦੀ ਬੈਠ ਕੇ ਕਦੀ ਵਿਚਾਰ ਕਰ ਲਈਏ, ਸਤਸੰਗ ਕਰ ਲਈਏ, ਬਾਣੀ ਜ਼ਿਆਦਾ ਪੜ੍ਹ ਲਈਏ। ਸੋ ਇੱਧਰਲੇ ਪਾਸੇ ਕਿੱਥੇ ਜਾਂਦੇ ਨੇ? ਉਹ ਬਾਣੀ ਨੂੰ ਵੀ ਧੰਦਾ ਬਣਾ ਲੈਂਦੇ ਨੇ, ਧਰਮ ਨੂੰ ਵੀ ਧੰਦਾ ਬਣਾ ਲੈਂਦੇ ਨੇ। ਕਿਉਂ? ਕਿਉਂਕਿ ਅੰਦਰ ਵਿਕਾਰ ਜਿਹੜੇ ਨੇ ਉਹ ਭਾਰੀ ਨੇ, ਬਲਵਾਨ ਨੇ। ਜਿਨ੍ਹਾਂ ਦੇ ਅੰਦਰ ਵਿਕਾਰ ਬਲਵਾਨ ਨੇ, ਉਹ ਧਰਮ ਨੂੰ ਧੰਦਾ ਬਣਾ ਲੈਂਦੇ ਨੇ। ਜਿਨ੍ਹਾਂ ਦੇ ਅੰਦਰ ਵਿਕਾਰ ਕਮਜ਼ੋਰ ਹੋ ਗਏ, ਉਹਨਾਂ ਦਾ ਧੰਦਾ ਵੀ ਧਰਮ ਹੋ ਜਾਂਦਾ। ਕਿਉਂ? ਵਿਕਾਰ ਕਮਜ਼ੋਰ ਪੈ ਗਏ ਨੇ। ਚਰਨ ਕਰ ਦੇਖਤ ਸੁਣ ਥੱਕੇ, ਦੇਹ ਮੁੱਕੇ ਨੇੜੇ ਆਏ। ਆਖਿਰਕਾਰ ਕਿੰਨਾ ਕੁ ਚਿਰ ਸੰਸਾਰ 'ਤੇ ਰਹਿਣਾ। ਜਿਹੜੇ ਪੈਰ ਨੇ ਇਹ ਵੀ ਥੱਕ ਜਾਂਦੇ ਨੇ, ਕਿੰਨਾ ਕਿਹਨਾਂ ਨੇ ਤੁਰ ਲੈਣਾ। ਕਰ ਹੱਥ, ਇਹਨਾਂ ਦਾ ਵੀ ਬਲ ਘਟ ਜਾਂਦਾ, ਹੱਥ ਵੀ ਥੱਕ ਜਾਂਦੇ ਨੇ। ਦੇਖਤ, ਅੱਖਾਂ ਵੀ ਥੱਕ ਜਾਂਦੀਆਂ, ਅੱਖਾਂ ਦੀ ਜੋਤ ਘਟ ਜਾਂਦੀ ਹੈ। ਸੁਣ ਕੰਨ ਜਿਹੜੇ ਨੇ, ਸੋ ਇਹ ਵੀ ਥੱਕ ਜਾਂਦੇ ਨੇ। ਸੋ ਵੀ ਉੱਚੀ ਸੁਣ ਲੱਗ ਪੈਂਦਾ। ਫਿਰ ਸਮਝ ਲਓ ਦੇਹ ਮੁੱਕੇ, ਦਿਨ ਮੁੱਕਦੇ ਜਾ ਰਹੇ, ਮੁੱਕ ਗਏ ਹੁਣ। ਸੋ ਨੇੜਾ ਆਏ, ਮੌਤ ਦੇ ਨੇੜੇ ਆ ਗਏ, ਦਿਨ ਖਤਮ ਹੋ ਗਏ। ਸੋ ਜਦੋਂ ਆਹ ਸਿਸਟਮ ਹੋ ਜਾਵੇ, ਅੱਖਾਂ ਦੀ ਜੋਤ ਘਟ ਜਾਵੇ, ਹੱਥਾਂ ਦਾ ਬਲ ਘਟ ਜਾਵੇ, ਪੈਰਾਂ ਦਾ ਬਲ ਘਟ ਜਾਵੇ, ਉੱਚਾ ਸੁਣਨ ਦੀ ਸ਼ਕਤੀ ਘਟ ਜਾਵੇ, ਅਤੇ ਉਸ ਵੇਲੇ ਆਪਣੇ ਆਪ ਨੂੰ ਬੁੱਢਾ ਨਾ ਸਮਝ ਵੀ ਬੁੱਢਾ ਹੋ ਗਿਆ, ਵੀ ਮਰ ਜਾਣਾ। ਉਸ ਲਈ ਸਮਝ ਵੀ ਮੇਰੇ ਦਿਨ ਖਤਮ ਹੀ ਹੋ ਗਏ, ਮਰਿਆ ਹੋਏ ਜਾਣ, ਵੀ ਹੁਣ ਖਤਮ ਹੋ ਗਿਆ, ਦਿਨ ਦੇ ਮੁੱਕੇ। ਕਿਉਂਕਿ ਮੌਤ ਦੇ ਤਾਂ ਤੂੰ ਨੇੜੇ ਆ ਗਿਆ, ਹੈ ਨਾ। ਦਿਨ ਮੁੱਕੇ, ਸਮਝ ਲਾ ਵੀ ਖਤਮ ਹੋ ਗਿਆ, ਦਿਨ ਮੁੱਕ ਗਏ। ਹੋ ਸਕਦਾ ਸ਼ਾਇਦ ਭਲਾ ਹੋ ਜਾਵੇ, ਹੋ ਸਕਦਾ ਮਨ ਤੇਰਾ ਮਨ ਜਵੇ ਬੰਦਗੀ ਕਰਨ ਵਾਸਤੇ, ਵੀ ਮੌਤ ਸਾਹਮਣੇ, ਮੌਤ ਵੇਖ ਲੈ ਨਾ, ਦੇਹ ਮੁੱਕੇ। ਸੋ ਬੁੱਢਾ ਹੋਇਆ, ਆਹ ਸਥਿਤੀ ਬਣ ਚੁੱਕੀ ਹੈ, ਅਤੇ ਫਿਰ ਵੀ ਅਜੇ ਇਹੋ ਹੀ ਸਮਝਦਾ ਪਿਆ ਵੀ ਦੇਖੋ ਅਜੇ ਹੋਰ ਜਿੰਨਾ ਚਿਰ ਸਵਾਸ ਹੈ ਕਿ ਉਨਾ ਚਿਰ ਤਾਂ ਭੋਗਾਂਗੇ। ਪਰ ਇੱਥੇ ਗੁਰੂ ਅਮਰਦਾਸ ਜੀ ਕਹਿੰਦੇ ਸਮਝ ਲਾ ਵੀ ਦਿਨ ਮੁੱਕ ਗਏ। ਜਦੋਂ ਆਹ ਸਰੀਰ ਦੀ ਸਥਿਤੀ ਹੋ ਜਾਂਦੀ ਹੈ, ਉਹ ਮੌਤ ਦਾ ਭੈ ਜਿਹੜਾ, ਹੋ ਸਕਦਾ ਉਹਦੇ ਨਾਲ ਭਾਈ ਮਨ ਜਿਹੜਾ ਬਾਣੀ ਵਿੱਚ ਜੁੜ ਜਾਵੇ। ਸੱਚਾ ਨਾਮ ਨਾ ਲੱਗੋ ਮੀਠਾ, ਜਿਤ ਨਾਮ ਨਵ ਨਿਧ ਪਾਏ। ਇਹ ਨਾਮ ਬਾਣੀ, ਗੁਰਬਾਣੀ, ਜਿਹਦੇ ਵਿੱਚ ਸੱਚੋ ਹੀ ਸੱਚ ਹੈ, ਅਗਰ ਇਹ ਮਿੱਠੀ ਨਹੀਂ ਲੱਗਦੀ ਤਾਂ ਨਵਾਂ ਗਿਆਨ ਕਿੱਥੋਂ ਪਾਵੇਂਗਾ? ਤੇ ਨਵਾਂ ਗਿਆਨ ਤਾਂ ਗੁਰਬਾਣੀ ਦੇ ਵਿੱਚ ਹੈ। ਜਿਹੜਾ ਪਹਿਲੇ ਸਮੇਂ 'ਚ ਗਿਆਨ ਨਹੀਂ ਸੀਗਾ, ਪਹਿਲੇ ਸਮਿਆਂ ਦਾ ਜਿਹੜਾ ਗਿਆਨ ਸੀਗਾ ਉਹਨੂੰ ਬੇਹਾ ਗਿਆਨ, ਪੁਰਾਣਾ ਗਿਆਨ ਹੋ ਗਿਆ। ਇਹ ਨਵਾਂ ਗਿਆਨ ਆ ਗੁਰਬਾਣੀ ਦਾ। ਗੁਰਬਾਣੀ ਦੇ ਵਿੱਚ ਨਵਾਂ ਗਿਆਨ ਆ ਸਾਰਾ। ਹੁਣ ਇਹ ਮਿੱਠੀ ਲੱਗੂ, ਚੰਗੀ ਲੱਗੂ, ਫੇਰ ਹੀ ਨਵਾਂ ਗਿਆਨ ਇਹਦੇ ਵਿੱਚ ਪਾਵਾਂਗੇ। ਜਿਹਨੂੰ ਗੁਰਬਾਣੀ ਮਿੱਠੀ ਲੱਗੂ ਉਹੀ ਵਿਚਾਰੇਗਾ, ਉਹੀ ਪੜ੍ਹੇਗਾ, ਉਹੀ ਸੁਣੇਗਾ, ਉਹੀ ਇਹਦੇ ਨਾਲ ਜੁੜੇਗਾ।
ਜਿਹੜਾ ਜੁੜੇਗਾ ਉਹਨੂੰ ਇਹ ਨਵਾਂ ਗਿਆਨ ਪ੍ਰਾਪਤ ਹੋਵੇਗਾ। ਭਾਣਾ ਮੰਨਣ ਵਾਲਾ ਨਵਾਂ ਗਿਆਨ, ਹੁਕਮ ਮੰਨਣ ਵਾਲਾ ਨਵਾਂ ਗਿਆਨ, ਵੀ ਜੋ ਕੁਝ ਵੀ ਹੋ ਗਿਆ ਕਿਸੇ ਤੇ ਦੋਸ਼ ਨਹੀਂ, ਉਹਦਾ ਹੁਕਮ ਹੋਇਆ, ਜੋ ਤੁਧ ਭਾਵੈ ਸਾਈ ਭਲੀ ਕਰ, ਇਹ ਨਵਾਂ ਗਿਆਨ ਹੈ। ਇਹ ਨਵਾਂ ਗਿਆਨ, ਹੁਕਮ ਨੂੰ ਮੰਨਣਾ ਨਵਾਂ ਗਿਆਨ ਹੈ। ਸੋ ਜੇ ਮਾੜਾ ਕੁਝ ਹੋ ਗਿਆ ਰੋਈ ਜਾਣਾ, ਚੰਗਾ ਹੋ ਗਿਆ ਖੁਸ਼ੀ ਵਿੱਚ ਨੱਚੀ ਟੱਪੀ ਜਾਣਾ। ਸੋ ਇਹ ਪੁਰਾਣਾ ਗਿਆਨ ਸੀ, ਨਵਾਂ ਗਿਆਨ ਆਇਆ ਜਿਹੜਾ ਬਾਬੇ ਨਾਨਕ ਨੇ ਦਿੱਤਾ। ਭਾਈ ਹੁਕਮ ਦੇ ਵਿੱਚ, ਭਾਣੇ ਦੇ ਵਿੱਚ ਰਹਿਣਾ, ਇਹ ਤਦ ਹੀ ਸਾਨੂੰ ਨਵਾਂ ਗਿਆਨ ਪ੍ਰਾਪਤ ਹੋਵੇਗਾ ਜੇ ਗੁਰਬਾਣੀ ਮਿੱਠੀ ਲੱਗੇਗੀ, ਗੁਰਬਾਣੀ ਦੀ ਵਿਚਾਰ ਕਰਾਂਗੇ। ਜੀਵਤ ਮਰੈ ਮਰੈ ਫੁਨ ਜੀਵੈ ਤਾ ਮੁਖ ਅੰਤਰ ਪਾਏ। ਮੁਕਤੀ ਤਾਂ ਸਾਰੇ ਚਾਹੁੰਦੇ ਨੇ, ਮੁਕਤੀ ਬਾਹਰੋਂ ਥੋੜ੍ਹੀ ਮਿਲ ਜਾਣੀ ਹੈ। ਜਿਹੜੀ ਮੁਕਤੀ, ਤੀਰਥਾਂ ਤੋਂ ਮੁਕਤੀ ਨਹੀਂ ਮਿਲਣੀ, ਪਹਾੜਾਂ 'ਤੇ ਜਾ ਕੇ ਮੁਕਤੀ ਨਹੀਂ ਮਿਲਣੀ, ਗੁਫਾਵਾਂ ਵਿੱਚ ਜਾ ਕੇ ਤਪ ਕਰਕੇ ਮੁਕਤੀ ਨਹੀਂ ਮਿਲਣੀ। ਮਹਾਰਾਜ ਕਹਿੰਦੇ ਇਹਦਾ ਨਾਂ ਨੂੰ ਵਿਚਾਰ ਲਾ ਵੀ ਮੁਕਤੀ ਕਿੱਥੇ ਹੈ। ਮੋਖ ਅੰਤਰ, ਮੋਖ ਜਿਹੜਾ ਆ ਮੁਕਤੀ ਤੇਰੇ ਅੰਤਰ ਹੈ। ਸ਼ਬਦ ਆ ਮੋਖ ਅੰਤਰ, ਇਹਦਾ ਮਤਲਬ ਹੁੰਦਾ ਵੀ ਅੰਦਰ ਆ ਮੋਕਸ਼ ਜੋ ਹੈ, ਬਾਹਰ ਥੋੜ੍ਹੀ ਹੈ, ਅੰਦਰ ਮੋਕਸ਼ ਹੈ। ਉਹ ਅੰਦਰੋਂ ਮੋਕਸ਼ ਕਿੱਦਾਂ ਮਿਲਦਾ? ਕਹਿੰਦੇ ਜੀਵਤ ਮਰੈ। ਜੀਵਤ ਮਰਨਾ ਕਿਹਨੂੰ ਕਹਿੰਦੇ? ਮਨ ਦੀਆਂ ਖਾਹਿਸ਼ਾਂ ਨੂੰ ਮਾਰ ਲੈਣਾ, ਮਨ ਦੇ ਫੁਰਨੇ ਮਾਰ ਲੈਣੇ, ਮਨ ਦੀਆਂ ਇੱਛਾਵਾਂ ਮਾਰ ਲੈਣੀਆਂ। ਤੂੰ ਜੀਵਤ ਮਰੈ, ਮਰੈ ਫੁਨ ਜੀਵ ਹੈ। ਅਤੇ ਜਦੋਂ ਮਨ ਦੀਆਂ ਖਾਹਿਸ਼ਾਂ ਮਰਦੀਆਂ ਤੇ ਫਿਰ ਇੱਕੋ ਹੀ ਖਾਹਿਸ਼ ਵਿੱਚ ਜਿੰਦਾ, ਇੱਕੋ ਹੀ ਖਾਹਿਸ਼ ਵਿੱਚ ਜੀਵਤ ਹੁੰਦਾ। ਏਕਾਦਸ਼ੀ ਇੱਕੋ ਹੀ ਦਿਸ਼ਾ ਵੱਲ ਨੂੰ ਫਿਰੇ ਜਾਂਦਾ ਹੈ ਅਤੇ ਫਿਰ ਅੰਦਰੋਂ ਮੋਖ ਪ੍ਰਾਪਤ ਹੁੰਦਾ। ਮੋਖ ਬਾਹਰੋਂ ਨਹੀਂ ਕਹਿੰਦੇ ਪ੍ਰਾਪਤ ਹੋ ਸਕਦਾ। ਧੁਰ ਕਰਮ ਨ ਪਾਇਓ ਪ੍ਰਾਣੀ, ਵਿਣ ਕਰਮਾ ਕਿਆ ਪਾਏ। ਧੁਰ ਦਰਗਾਹ ਤੋਂ ਇਹ ਬਖਸ਼ਿਸ਼ ਪ੍ਰਾਪਤ ਨਹੀਂ ਹੋਈ, ਧੁਰ ਦਰਗਾਹ ਤੋਂ ਇਹ ਬਖਸ਼ਿਸ਼ ਪ੍ਰਾਪਤ ਨਹੀਂ ਹੋਈ ਬੰਦਗੀ ਵਾਲੀ, ਚੰਗੇ ਕਰਮਾਂ ਵਾਲੀ। ਅਤੇ ਹੁਣ ਬਿਨਾਂ ਕਰਮਾਂ ਤੋਂ ਕਿਵੇਂ ਬੰਦਗੀ ਕਰੇ? ਬਿਨਾਂ ਬੰਦਗੀ ਤੋਂ ਕੀ ਪ੍ਰਾਪਤ ਕਰ ਸਕੇ? ਹੁਣ ਭਾਵ ਧੁਰ ਕਰਮ ਨਾ ਪਾਇਓ ਪ੍ਰਾਣੀ, ਜਿਹੜਾ ਸਾਡਾ ਧੁਰਾ ਮੂਲ ਚਿੱਤ, ਸੋ ਇਹਦੇ ਤੋਂ ਬਖਸ਼ਿਸ਼ ਮਿਲਣੀ, ਇਹਦੇ ਨਾਲ ਜੁੜਨਾ ਸੀ, ਬੰਦਗੀ ਫੇਰ ਮਿਲਣੀ ਸੀ। ਜੇ ਮੂਲ ਨਾਲ, ਜਿਹੜਾ ਮੂਲ ਨਾਲ ਜੁੜਦਾ ਬੰਦਗੀ ਉਹਨੂੰ ਮਿਲਦੀ ਹੈ, ਜਿਹੜਾ ਮੂਲ ਦੇ ਨਾਲ ਹੀ ਨਹੀਂ ਜੁੜਿਆ ਬੰਦਗੀ ਕਿਵੇਂ ਪ੍ਰਾਪਤ ਹੋਵੇਗੀ? ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਗਤ ਮਤ ਸਭ ਦੇ ਪਾਏ। ਮੂਰਖਾ, ਤੂੰ ਗੁਰੂ ਦੇ ਉਪਦੇਸ਼ ਨੂੰ ਸੰਭਾਲ। ਗਤ ਮਤ ਸਭ ਦੇ ਪਾਏ। ਸੋ ਜਿਹੜਾ ਗੁਰੂ ਦੇ ਸ਼ਬਦ ਨੂੰ ਸੰਭਾਲਦਾ ਉਹਨੂੰ ਮੱਤ ਚੰਗੀ ਮਿਲ ਜਾਂਦੀ ਹੈ। ਜਦੋਂ ਮੱਤ ਚੰਗੀ ਮਿਲਦੀ ਫਿਰ ਬੰਦਗੀ ਕਰਦਾ, ਜਦੋਂ ਬੰਦਗੀ ਕਰਦਾ ਇਹਨੂੰ ਅਵਸਥਾ ਮਿਲ ਜਾਂਦੀ ਹੈ, ਇਹਦਾ ਟਿਕਾ ਬਣ ਜਾਂਦਾ। ਕਹਿੰਦੇ ਨਾਨਕ ਸਤਿਗੁਰ ਤਦ ਹੀ ਪਾਏ, ਜਾਂ ਵਿੱਚ ਆਪ ਗਵਾਏ। ਉਹ ਜਿਹੜਾ ਸੱਤ ਦਾ ਗਿਆਨ ਆ ਨਾ, ਸਤਿਗੁਰ ਸੱਤ ਦਾ ਗਿਆਨ, ਜਿਸ ਨੇ ਸਾਨੂੰ ਰੱਬ ਤਿੱਕਰ ਪਹੁੰਚਾਉਣਾ, ਅਸਲੀ ਰੂਟ ਜਿਹੜਾ, ਸਹੀ ਰਾਸਤਾ, ਜਿਹਨੂੰ ਸੰਤ ਦਾ ਮਾਰਗ ਕਹਿ ਦਿੱਤਾ। ਸੋ ਇਹ ਸਤਿਗੁਰ ਸੱਤ ਦਾ ਗਿਆਨ ਉਹਨੂੰ ਹੀ ਪ੍ਰਾਪਤ ਹੁੰਦਾ, ਤਦ ਹੀ ਮਿਲਦਾ ਜਿਹੜਾ ਵਿੱਚੋਂ ਹਉਮੈ ਨੂੰ ਗਵਾ ਲੈਂਦਾ, ਵਿੱਚੋਂ ਆਪ ਗਵਾਏ। ਜਿੰਨਾ ਚਿਕਰ ਹਉਮੈ ਉਹਨਾਂ ਚਿਕਰ ਸੱਤ ਦਾ ਗਿਆਨ ਪ੍ਰਾਪਤ ਨਹੀਂ ਹੋ ਸਕਦਾ। ਇਹ ਸ਼ਲੋਕ ਦੁਆਰਾ ਮਹਾਰਾਜ ਨੇ ਕਿਰਪਾ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਇਸੇ ਸ਼ਬਦ ਦੀ ਜਿਹੜੀ ਪੌੜੀ ਹੈ ਉਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ ਜੀ। ਗੁਰੂ ਕਿਰਪਾ ਕਰੇ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ। ਮਨ ਮਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੂ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛੁ ਹੈ।
ਜਿਸ ਦੇ ਹਿੱਸੋ ਪਾਵੇਂ ਸਦਾ ਸਿਵ ਸਲਾਹ, ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਉਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਨ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟੋ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਦਵਸ ਕੀਤੇ, ਕਾਲ ਕੰਠਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਉ, ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨ ਸੁਣੋ ਬੜ ਭਾਗੀਓ, ਸਗਲ ਮਨੋਰਥ ਪੂਰੈ। ਭਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਨੇ। ਦੁਖਰੋ ਸੰਤਾਪ ਉਤਰੇ, ਸੋਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਿਤੇ, ਪਵਿੱਤ ਸਤਿਗੁਰ ਰਹਾ ਭਰਪੂਰੈ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪਨੀਤ ਕਹਿਤੇ, ਪਵਿੱਤ ਸਤਿਗੁਰ ਰਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸ਼ਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ। ਦਿਵਸ ਰਾਤ ਦੋਇ ਦਾਈ, ਦਾਇਆ ਖੇਲੈ ਸਗਲ ਜਗਤ। ਚੰਗਿਆਈਆਂ ਬਰਿਆਈਆਂ, ਵਾਛੇ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਕਹਿ ਅਰਦਾਸ, ਜੀਉ ਪਿੰਡ ਸਭ ਤੇਰੀ। ਮਾਤ ਪਿਤਾ ਹਮ ਬਾਰੇ, ਤੁਮਰੀ ਕਿਰਪਾ ਮਹਿ ਸੁਖ ਕਣੇਰੇ। ਕੋਈ ਨ ਜਾਣੇ, ਉੱਚੇ ਤੇ ਉੱਚਾ ਸਗਲ ਸਮਗਰੀ। ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਭਾਗਿਆ ਕਾ। ਤੁਮਰੀ ਗਤ ਮਿਤ ਤੁਮ ਹੀ ਜਾਣੀ। ਨਾਨਕ ਦਾਸ ਸਦਾ ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਂਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਭਗਵਤੀ ਜੀ ਸਹਾਇ। ਵਾਹਿ ਸ਼੍ਰੀ ਗੁਰੂ ਭਗਵਤੀ ਜੀ ਕੀ ਪਾਤਸ਼ਾਹੀ ਦਾ ਸਰੂਪ। ਕਰਤ ਭਗਵਤੀ ਸਿਮਰ ਪੈ ਗੁਰੂ ਨਾਨਕ ਨਹੀਂ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ। ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਆ। ਜਿਸ ਡਿਠੇ ਸਭ ਦੁਖਦਾ ਤੇਗ ਬਹਾਦਰ ਸਿਮਰਿਆ। ਕਰਨਾਉਣ ਦਿਆ ਵਿਧਾਏ, ਸਭ ਥਾਈ ਗੁਰ ਸਹਾਇ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਗੁਰ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ। ਤਾਂ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, 64 ਸਾਹਿਬਜ਼ਾਦਿਆਂ, 94 ਮੁਕਤਿਆਂ, ਮਿੱਠੀਆਂ ਜੱਪੀਆਂ ਤੱਕੀਆਂ ਸਿਰ ਗਵਾਨਾਂ। ਜਿਨ੍ਹਾਂ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਰਨ ਦੇਖ ਕੇ ਅੰਡਰ ਕੀਤਾ। ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ। ਤਾਂ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਦੇ ਸੀਸ ਦਿੱਤੇ, ਬੰਧਨ ਕਟਵਾਏ, ਖੋਪੜੀਆਂ ਨਹਾਈਆਂ, ਝਾਕੜੀਆਂ ਤੇ ਚੜੇ, ਤਾਂ ਨਾਰਿਆਂ ਨਾਲ ਚਿਰਵਾਏ, ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਤ ਸੰਵਤਸਰ ਨਾਲ ਨਿਭਾਇਆ। ਜਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ। ਤਾਂ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ। ਤਾਂ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿਤਿਆਵ ਚਿਤਿਆਵ ਕੋ ਸਤਿਕਾਰ, ਸਰਬ ਸੁਖ ਹੋਵੈ। ਜਾਨ ਜੋ ਖਾਲਸਾ ਜੀ ਸਾਹਿਬ ਤਾਂ ਰਖਿਆ ਰਿਆਇ। ਦੇਗ ਤੇਗ ਫਤਿਹ ਗੁਰਬਿਧੀ, ਪੈਜ ਪੰਥ ਕੀਜੀਏ ਸਾਹਿਬ ਜੀ ਸਹਾਇ। ਖਾਲਸਾ ਜੀ ਕੀ ਓਟ ਵਾਲੀ ਬੋਲੋ
ਤੇਰੇ ਗੁਣ ਸੁਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਦੇ, ਕੋ ਮਿਲ ਬੁਝੈ ਖੋਜ ਸ਼ਬਦ ਮੈਲੇ। ਰਾਜ ਕਰੀਗਾ ਖਾਲਸਾ ਆਕੀ ਰਹੇ ਨਾ ਕੋਏ, ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋਏ। ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਰਾਜਾ ਕੇ ਹਾਥ ਮੈਂ ਕਲਗੀ ਸੋ ਹੈ ਸੀਸ, ਹਰੀ ਰਛਿਆ ਕਰੀ ਗੁਰ ਕਲਗੀ ਧਾਰ ਜਗਦੀਸ਼। ਸੋ ਨਿਖਾ ਸਤਿ ਸ੍ਰੀ ਅਕਾਲ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਵਾਨਾ, ਹਰ ਨਾਨਕ ਸਾਚ ਬਖਾਨਾ। ਸੋ ਕਹੋ ਟਲ ਗੁਰ ਸੇਵੀਆ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੀਆ ਗੁਰੂ ਕਾ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਯਾਰ ਸੋ ਕੁਰ ਸੋ ਝਟੀਆ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਆ। ਜੈਤ ਸਰੀ ਮਹੱਲਾ ਪੰਜਵਾਂ ਵਾਰ। ਸਲੋਕਾਂ ਨਾਲ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਸ਼ਲੋਕ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ। ਸਿਮਰੰਤ ਸੰਤ ਸਰਬਤਰ ਰਮਣੰ, ਨਾਨਕ ਅਗਨਾਸਨ ਜਗਦੀਸ਼ੁਰ ਹੈ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ। ਸਿਮਰੰਤ ਸੰਤ ਸਰਬਤਰ ਰਮਣੰ, ਨਾਨਕ ਅਗਨਾਸਨ ਜਗਦੀਸ਼ੁਰ ਹੈ। ਭੇਖਨ ਸੁਨਨ ਸੁਨਾਵਨੋ, ਮਨ ਮਹਿ ਦ੍ਰਿੜੀਐ ਸਾਚ। ਪੂਰ ਰਹਿਓ ਸਰਬਤਰ ਮੈਂ, ਨਾਨਕ ਹਰ ਰੰਗ ਰਾਚ। ਪੌੜੀ। ਹਰ ਇੱਕ ਨਿਰੰਜਨ ਗਾਈਐ, ਸਭ ਅੰਤਰ ਸੋਈ। ਕਰਨ ਕਾਰਨ ਸਮਰੱਥ ਪ੍ਰਭ, ਜੋ ਕਰੇ ਸੋ ਹੋਈ। ਖਿਨ ਮਹਿ ਥਾਪੁ ਥਾਪਦਾ, ਤਿਸ ਬਿਨ ਨਹੀਂ ਕੋਈ। ਖੰਡ ਬ੍ਰਹਮੰਡ ਪਾਤਾਲ ਦੀਪ, ਰਵਿਆ ਸਭ ਲੋਈ। ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਜਿਸ ਆਪ ਬੁਝਾਏ ਸੋ ਬੁਝਸੀ, ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।